ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਅੱਜ ਦਾ ਵਿਚਾਰ ਜਪਜੀ ਸਾਹਿਬ ਦੀ 32ਵੀਂ ਪੌੜੀ ਹੈ ਜੀ। ਆਓ ਸਾਰੇ ਮਿਲ ਕੇ ਪਹਿਲਾਂ ਪੌੜੀ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਪੰਕਤੀਆਂ ਦੇ ਅਰਥ ਕਰਾਂਗੇ। ਇੱਕ ਦੋ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਏ ਤਰਾ ਪਤ ਪਵੜੀਆ, ਚੜ੍ਹੀਏ ਹੋਏ ਅਕੀਸ। ਸੁਣ ਗੱਲਾਂ ਆਕਾਸ ਕੀ, ਕੀਤਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਅਸੀਂ ਪਿਛਲੀਆਂ ਪੌੜੀਆਂ ਵਿੱਚ ਵਿਚਾਰ ਕਰ ਰਹੇ ਹਾਂ ਕਿ ਗੁਰੂ ਜੀ ਉਸ ਵੇਲੇ ਦੇ ਅਤੀ ਪ੍ਰਭਾਵਸ਼ਾਲੀ ਸਿੱਧ ਅਤੇ ਯੋਗੀਆਂ ਨੂੰ ਮੁਖਾਤਰ ਕਰ ਰਹੇ ਹਨ। ਉਹਨਾਂ ਪੌੜੀਆਂ ਦੇ ਵਿੱਚ ਉਹਨਾਂ ਨੇ ਯੋਗੀਆਂ ਨੂੰ ਉਪਦੇਸ਼ ਦਿੱਤਾ ਹੈ ਕਿ ਅਸਲ ਯੋਗ ਕੀ ਹੈ। ਅਸਲ ਯੋਗ ਕੇਵਲ ਬਾਹਰ ਦੇ ਚਿੰਨ੍ਹਾਂ ਨੂੰ ਅਪਣਾਉਣਾ ਜਾਂ ਕੋਈ ਖਾਸ ਭੇਖ ਪਾ ਲੈਣਾ ਯੋਗ ਨਹੀਂ ਹੈ। ਗੁਰੂ ਜੀ ਨੇ ਉਹਨਾਂ ਪੌੜੀਆਂ ਦੇ ਵਿੱਚ ਦਰਸਾਇਆ ਹੈ ਕਿ ਗੁਰਮਤਿ ਨੂੰ ਅਪਣਾਉਣਾ ਭਾਵ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਹੀ ਅਸਲੀ ਯੋਗ ਹੈ। ਦੂਸਰੀ ਅਹਿਮ ਗੱਲ ਜਿਹੜੀ ਗੁਰੂ ਜੀ ਨੇ ਯੋਗੀਆਂ ਨੂੰ ਆਖੀ ਕਿ ਸਭ ਕੁਝ ਘਰ ਹੀ ਮੈਂ, ਭਾਵ ਕਿ ਬਾਹਰ ਭਰਮਣ ਕਰਨ ਦਾ ਕੋਈ ਲਾਭ ਨਹੀਂ। ਇਹਨਾਂ ਬਚਨਾਂ ਨਾਲ ਉਹਨਾਂ ਨੇ ਯੋਗੀਆਂ ਦੀ ਮਿਸਾਲ ਦਿੰਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਗ੍ਰਹਿਸਥੀ ਜੀਵਨ ਨੂੰ ਜਿਉਣ ਦਾ ਆਦੇਸ਼ ਦਿੱਤਾ ਹੈ। ਇਸ ਪੌੜੀ ਵਿੱਚ ਵੀ ਗੁਰੂ ਜੀ ਇੱਕ ਬੜੀ ਪ੍ਰਚਲਿਤ ਧਾਰਮਿਕ ਪ੍ਰਕਿਰਿਆ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਇਹਨਾਂ ਪੰਕਤੀਆਂ ਨੂੰ ਵਿਚਾਰਦਿਆਂ ਹੋਇਆਂ ਉਹਨਾਂ ਦਾ ਉਪਦੇਸ਼ ਸਮਝਾ ਰਹੇ ਹਨ। ਇੱਕ ਦੋ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਇਸ ਪੌੜੀ ਨੂੰ ਵਿਚਾਰਕਾਰਾਂ ਨੇ ਦੋ ਤਰ੍ਹਾਂ ਦੇ ਅਰਥਾਂ ਵਿੱਚ ਵਿਚਾਰਿਆ ਹੈ। ਪਹਿਲਾ ਅਰਥ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਜੇਕਰ ਇੱਕ ਜੀਵ ਤੋਂ ਦੋ ਜੀਵਾਂ ਹੋ ਜਾਣ ਅਤੇ 2 ਤੋਂ ਲੱਖ ਬਣ ਜਾਣ ਅਤੇ ਲੱਖ ਤੋਂ 20 ਲੱਖ ਹੋ ਜਾਣ ਅਤੇ ਇੱਕ ਇੱਕ ਜੀਵ ਲੱਖ ਲੱਖ ਵਾਰੀ ਜਗਦੀਸ਼ ਯਾਨੀ ਕਿ ਜਗਤ ਦਾ ਈਸ਼ਰ ਦੇ ਨਾਮ ਉਚਾਰਨ ਤਾਂ ਵੀ ਉਸ ਅਕਾਲ ਪੁਰਖ ਦੀ ਪ੍ਰਤਿਸ਼ਠਾ ਪ੍ਰਾਪਤ ਨਹੀਂ ਹੋ ਸਕਦੀ। ਇਹ ਰਾਤ ਪਵੜੀਆ, ਚੜ੍ਹੀਏ ਹੋਏ ਅਕੀਸ। ਇਸ ਰਸਤੇ ਨੂੰ ਯਾਨੀ ਕਿ ਲੱਖ ਲੱਖ ਵਾਰੀ ਨਾਮ ਦੇ ਰਟਨ ਨੂੰ ਬਹੁਤ ਲੋਕ ਯੋਗੀਆਂ ਸਮੇਤ ਈਸ਼ਵਰ ਨਾਲ ਇੱਕ ਹੋਣ ਦਾ ਵਸੀਲਾ ਸਮਝਦੇ ਹਨ, ਯਾਨੀ ਕਿ ਅਕੀਸ। ਸੁਣ ਗੱਲਾਂ ਆਕਾਸ ਕੀ, ਕੀਤਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੇ ਠੀਸ। ਇਸ ਰਸਤੇ ਬਾਰੇ ਸੁਣ ਕੇ ਜ਼ਮੀਨ 'ਤੇ ਟੁਰਨ ਵਾਲੀ ਕੀੜੀ ਨੂੰ ਵੀ ਅਸਮਾਨ 'ਤੇ ਉਡਾਰੀ ਮਾਰਨ ਦਾ ਚਾਅ ਪੈਦਾ ਹੋ ਜਾਂਦਾ ਹੈ। ਭਾਵ ਕਿ ਕੀੜੀ ਦੇ ਮਨ ਵਿੱਚ ਵੀ ਅਕਾਲ ਪੁਰਖ ਨੂੰ ਮਿਲਣ ਦਾ ਚਾਅ ਪੈਦਾ ਹੁੰਦਾ ਹੈ। ਗੁਰੂ ਜੀ ਅੱਗੇ ਆਖਦੇ ਹਨ ਕਿ ਸਭ ਕੁਝ ਉਸ ਅਕਾਲ ਪੁਰਖ ਦੀ ਨਜ਼ਰ ਨਾਲ ਮਿਲਦਾ ਹੈ। ਇਸ ਦੇ ਦੂਸਰੇ ਅਰਥਾਂ ਵਿੱਚ ਇਹ ਰਾਹ ਪਤ ਪਵੜੀਆ, ਚੜ੍ਹੀਏ ਹੋਏ ਅਕੀਸ।
ਦੇ ਅਰਥ ਇਸ ਪ੍ਰਕਾਰ ਕੀਤੇ ਗਏ ਹਨ ਕਿ ਲੱਖ ਲੱਖ ਵਾਰੀ ਰਟਣ ਦੀ ਵਿਧੀ ਨੂੰ ਜੇ ਕੋਈ ਪਰਮੇਸ਼ਰ ਤੱਕ ਪਹੁੰਚਣ ਦੀ ਵਿਧੀ ਸਮਝ ਲਵੇ ਤਾਂ ਇਹ ਉਸ ਦਾ ਬੜਾ ਵੱਡਾ ਭਰਮ ਹੈ। ਗੁਰੂ ਜੀ ਆਖਦੇ ਹਨ ਕਿ ਉਸ ਪਰਮੇਸ਼ਰ ਦਾ ਮਿਲਾਪ ਕੇਵਲ ਤੇ ਕੇਵਲ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ, ਯਾਨੀ ਪਰਮੇਸ਼ਰ ਦਾ ਭਾਣਾ ਹੋਏ ਤਾਂ ਉਹ ਸਾਨੂੰ ਆਪਣੇ ਆਪ ਨਾਲ ਮਿਲਾ ਲਵੇ। ਬਾਕੀ ਸਾਰੀਆਂ ਗੱਲਾਂ ਝੂਠੀਆਂ ਤੇ ਹੋਸ਼ੀਆਂ ਹਨ। ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਦੇ ਰਸਤੇ ਦੀਆਂ ਪ੍ਰਤਿਸ਼ਠਾ ਵਾਲੀਆਂ ਪੌੜੀਆਂ ਉੱਤੇ ਚੜ੍ਹ ਕੇ ਹੀ ਮਨੁੱਖ ਅਦਵੈਤ ਅਵਸਥਾ ਪ੍ਰਾਪਤ ਕਰ ਸਕਦਾ ਹੈ। ਉਸ ਅਕਾਲ ਪੁਰਖ ਦੀਆਂ ਇਹ ਅਗੰਮੀ ਗੱਲਾਂ ਸੁਣ ਕੇ ਕੀੜਿਆਂ ਦੇ ਤੁੱਲ ਮਨ ਵਾਲੇ ਮਨੁੱਖਾਂ ਵਿੱਚ ਵੀ ਰੀਸ ਪੈਦਾ ਹੁੰਦੀ ਹੈ। ਭਾਵ ਉਸ ਅਕਾਲ ਪੁਰਖ ਨੂੰ ਪਾਉਣ ਦੀ ਚਾਹਤ ਪੈਦਾ ਹੁੰਦੀ ਹੈ ਅਤੇ ਉਸ ਅਕਾਲ ਪੁਰਖ ਦੀ ਕਿਰਪਾ ਤੇ ਮਿਹਰ ਕਾਰਨ ਅਸੀਂ ਉਸ ਵਿੱਚ ਸਮਾ ਸਕਦੇ ਹਾਂ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਆਪ ਸਭ ਕੋਲੋਂ ਮਾਫ਼ੀ ਚਾਹੁੰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।